ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਤੁਹਾਡਾ ਮਨਪਸੰਦ ਭੁਲੇਖਾ ਟੀਵੀ ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡਾ ਸੇਵਕ ਤੁਹਾਡੀ ਸੇਵਾ ਲਈ। ਚੇਤੇ ਰਵੇ, ਭੁਲੇਖਾ ਟੀਵੀ ਭੁਲੇਖੇ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਅੱਜ ਉਹ ਆਪਣਾ ਜਿਗਰ ਨਹੀਂ, ਯਾਰਾਂ ਦਾ ਯਾਰ, ਸ਼ਹਿਰ ਯਾਰ ਡੀਓਪੀ, ਉਹ ਚੰਗਾ ਭਲਾ ਟੈਟ ਕਿਸਮ ਦਾ, ਮੈਨੂੰ ਕਹਿੰਦਾ ਸਾਡੇ ਕੋਲ ਇੰਨਾ ਫਜ਼ੂਲ ਟਾਈਮ ਨਹੀਂ, ਇਸ ਦੁਨੀਆ ਕੋਲ ਇੰਨਾ ਫਜ਼ੂਲ ਟਾਈਮ ਨਹੀਂ, ਇਸ ਮੁਲਕ ਦੀ ਸਿਆਸਤ ਕੋਲ ਇੰਨਾ ਫਜ਼ੂਲ ਟਾਈਮ ਨਹੀਂ, 3 ਮਿੰਟ ਗੱਲ ਮੁਕਾਏ ਕਰ, ਲੋਕੀ ਬੋਰ ਹੋ ਜਾਂਦੇ ਨੇ। ਮੈਂ ਕਿਹਾ ਪਹਿਲੇ ਤੇ ਮੈਨੂੰ ਇਹ ਦੱਸ, ਇਹ ਲੋਕਾਂ ਤੋਂ ਕੀ ਮੁਰਾਦ ਹੈ? ਪਬਲਿਕ, ਜਨਤਾ, ਆਵਾਮ? ਕਹਿੰਦਾ ਆਹੋ ਉਹੀ ਮਾਝੇ ਗਾਮੇ ਸਾਜੇ ਫਜੇ। ਉਹ ਮੈਂ ਕਿਹਾ ਸਿੱਧਾ ਕਿਹਾ ਯਾਰ ਜ਼ਰਾ ਉਸਨੂੰ ਕਿ ਉਹ ਟਾਮ ਡਕ ਤੇ ਹੈਰੀ। ਕਹਿੰਦਾ ਆਹੋ ਕੁਝ ਇਹੋ ਜਿਹਾ ਹੀ ਲੱਗਦਾ। ਤੇ ਅੱਜ ਮੈਂ ਸਿਰਫ ਫਟਾਫਟ 1-2 ਜੁਮਲਿਆਂ ਦੇ ਵਿੱਚ ਤੁਹਾਡੇ ਕੋਲ ਵੀ ਜਾਨ ਛੁਡਾਵਾਂਗਾ ਤਾਂ ਕਿ ਸ਼ਹਿਰ ਯਾਰ ਵੀ ਵੱਟਾ ਮਾਰ ਕੇ ਮੇਰਾ ਸਿਰ ਨਾ ਪਾੜੇ। ਕਿ ਮੈਂ ਸਿਰਫ ਅੱਜ ਮੁਬਾਰਕਬਾਦ ਦੇਣਾ ਚਾਹੁੰਦਾ ਵਾਂ ਕਿ ਸਾਡੇ ਟਾਮ ਡਕ ਤੇ ਹੈਰੀ ਲੋਕਲ ਪੰਜਾਬੀ ਪਬਲਿਕ, ਜਨਤਾ, ਆਵਾਮ ਮੁਸਤਕਬਲ ਦੇ ਵਿੱਚ ਬਹੁਤ ਵੱਡੀ ਵਾਲ ਆਫ ਆਨਰ ਬਣਨੀ ਹੈ ਔਰ UNO ਦੇ ਵਿੱਚ ਬਣਨੀ ਹੈ। ਉਹਦੇ ਵਿੱਚ ਕਮ ਅਜ਼ ਕਮ ਇੱਥੇ ਪੰਜਾਬ ਵਿੱਚ ਵਸਦੇ 13 ਕਰੋੜ ਤੋਂ ਵੱਧ ਪੰਜਾਬੀਆਂ ਦੇ ਨਾਂ ਲਿਖੇ ਜਾਣਗੇ। ਕੋਈ ਇੱਥੇ ਲਿਖਿਆ, ਕੋਈ ਉੱਥੇ ਲਿਖਿਆ, ਕੋਈ ਲਿਖਿਆ, ਕੋਈ ਲਿਖਿਆ। ਉਹਨਾਂ ਸਾਰੇ ਪੰਜਾਬੀਆਂ ਦੇ ਨਾਂ ਜਿਹੜੇ ਇੱਕ ਵਾਲ ਆਫ ਆਨਰ ਤੇ ਲਿਖੇ ਜਾਣਗੇ, ਉਹਨਾਂ ਨੂੰ ਬਕਾਇਦਾ ਸਾਡੇ ਇੱਥੋਂ ਦੇ ਲੋਕ, ਸਾਡੇ ਬਾਹਰ ਦੇ ਲੋਕ, UNO ਦੇ ਲੋਕ ਗਾਰਡ ਆਫ ਆਨਰ ਪੇਸ਼ ਕਰਨਗੇ। ਤੇ ਅੱਜ ਮੈਂ ਉਹਨਾਂ ਹੀ ਮਾਝੇ ਗਾਮੇ ਦੇ ਸਾਝੇ ਨੂੰ ਮੁਬਾਰਕਬਾਦ ਪੇਸ਼ ਕਰ ਰਿਹਾ ਕਿ ਤੁਹਾਡਾ ਫਿਊਚਰ ਕਿੰਨਾ ਬਰਾਈਟ ਹੈ। ਬਰਾਈਟ ਇਸ ਲਈ ਹੈ ਕਿ ਤੁਹਾਡੇ ਤੋਂ ਵੱਡਾ ਹੌਸਲੇਮੰਦ ਇਨਸਾਨ ਦੁਨੀਆ 'ਤੇ ਕੋਈ ਨਹੀਂ। ਔਰ ਇਹ ਕਾਰਡ ਵੀ ਇੰਜ ਕੱਢੀ ਗਈ ਹੈ ਕਿ ਬਜਟ 2022-23 ਦੇ ਵਿੱਚ ਜੋ ਇਨਾਮਾਤ ਪਬਲਿਕਲੀ ਰੱਖੇ ਗਏ ਨੇ, ਉਹ ਇਨਾਮ ਚੁੱਕਣ ਦੇ ਹੱਕਦਾਰ ਤੁਸੀਂ ਸੀ। ਤੁਹਾਡੇ ਕਰਤੂਤ ਹੀ ਇਹੋ ਜਿਹੇ ਸਨ। ਤੇ ਉਹ ਇਨਾਮ ਐਸੇ ਇਨਾਮ ਨੇ ਕਿ ਤਾਰੀਖ ਤੁਹਾਡਾ ਨਾਂ ਸੁਨਹਿਰੇ ਲਫ਼ਜ਼ਾਂ ਦੇ ਵਿੱਚ ਤਾਰੀਖ ਦੇ ਅੰਦਰ ਲਿਖਿਆ ਜਾਏਗਾ। ਔਰ ਜੇ ਸੁਨਹਿਰੇ ਲਫ਼ਜ਼ ਵੀ ਨਾ ਲੱਭੇ ਤੇ ਸੁਨਹਿਰਾ ਰੰਗ ਪਾ ਕੇ ਅਸੀਂ ਉਹਨੂੰ ਸੁਨਹਿਰੇ ਕਰ ਦਿਆਂਗੇ। ਇਸ ਲਈ ਕਿ ਤੁਹਾਡੀ ਹਿੰਮਤ ਹੈ ਕਿ ਜਦੋਂ ਤੁਹਾਨੂੰ 2000 ਰੁਪਈਏ ਵਰਗੇ ਏਡੀ ਵੱਡੀ ਖਤੀਰ ਰਕਮ ਲੱਭੀ, ਤੁਸੀਂ ਉਹਦੀ ਪਰਾਡੋ ਨਹੀਂ ਲਈ, ਪਜੇਰੋ ਨਹੀਂ ਲਈ। ਉਸ 2000 ਦੇ ਵਿੱਚ ਆਟੇ ਦਾ ਥੈਲਾ ਲੈਣ ਲਈ ਗਏ ਹੋ ਤੇ ਯੂਟਿਲਿਟੀ ਸਟੋਰ ਤੋਂ, ਸੰਡੇ ਬਾਜ਼ਾਰ ਤੋਂ ਕੱਪੜੇ ਪੜਵਾ ਕੇ ਆਏ ਹੋ ਤੇ ਆਟਾ ਫੇਰ ਨਹੀਂ ਮਿਲਿਆ। ਇਹ ਬਾਹਿੰਮਤ ਪੰਜਾਬੀਓ ਆਫਰੀਨ ਹੈ ਤੁਹਾਡੇ ਤੇ, ਕਿਉਂਕਿ ਤਾਰੀਖ ਦੇ ਵਿੱਚ ਤੁਹਾਡਾ ਨਾਂ ਐਡਾ ਵੱਡਾ ਲਿਖਿਆ ਜਾਣਾ, ਬੜੇ ਕੀ ਕਹਿੰਦੇ ਨੇ ਕਿ ਪਹਿਲੇ ਕਾਲਮ ਦੀ ਸੁਰਖੀ ਵਰਗਾ ਜਾਂ ਉਤਲੇ ਕਾਲਮ ਦੀ ਸੁਰਖੀ ਵਰਗਾ ਜਾਂ ਪੂਰੇ ਅਖਬਾਰ ਦੀ ਸੁਰਖੀ ਵਰਗਾ ਕਿ ਉਹ ਬਾਹਿੰਮਤ ਜਵਾਨ ਨੇ ਕਿ ਜਿਨ੍ਹਾਂ ਨੇ ਸੜਕਾਂ 'ਤੇ ਜਾ ਕੇ ਆਪਣੇ ਆਪ ਨੂੰ ਰੋਲਿਆ ਨਹੀਂ, ਘਰ ਬੈਠ ਕੇ ਤਬਸਰੇ ਕੀਤੇ ਨੇ, ਆਪਣੇ ਆਪ ਨੂੰ ਅੰਦਰੋਂ ਅੰਦਰੀ ਟੀ ਟਾਂ ਕਰਤਾ ਹੈ ਤੇ ਬੜੇ ਸਕੂਨ ਦੇ ਨਾਲ, ਬੜੇ ਹੌਸਲੇ ਦੇ ਨਾਲ ਬਜਟ 2022-23 ਦਾ ਮੁਕਾਬਲਾ ਕੀਤਾ ਹੈ। ਹਾਲਾਂਕਿ ਇਸ ਬਜਟ ਦੇ ਵਿੱਚ ਇੰਨਾ ਫਾਇਦਾ ਆਵਾਮ ਨੂੰ ਪਹੁੰਚਿਆ ਹੈ ਕਿ ਬੰਦਾ ਸੋਚ ਹੀ ਨਹੀਂ ਸਕਦਾ। ਸਭ ਤੋਂ ਵੱਡਾ ਫਾਇਦਾ ਤਾਂ ਇਹ ਪਹੁੰਚਿਆ ਕਿ ਸਾਡੀਆਂ ਸਿਹਤਾਂ, ਬੇੜਾ ਗਰਕ ਹੋ ਗਿਆ ਸੀ ਸਿਹਤਾਂ ਦਾ, ਕਿ ਇੱਥੋਂ ਗਲੀ ਦੇ ਨੁੱਕਰ 'ਤੇ ਵੀ ਜਾਣਾ ਤੇ ਕੱਢੋ ਮੋਟਰਸਾਈਕਲ, ਢਰ ਤੇ ਜਾ ਕੇ ਉੱਥੋਂ ਆਂਡੇ ਲੈ ਕੇ ਆਓ। ਉਹ ਗਲੀ ਦੀ ਨੁੱਕਰ 'ਤੇ ਨਾਨ ਲੈਣ ਜਾਣਾ ਤੇ ਕੱਢੋ ਮੋਟਰਸਾਈਕਲ, ਢਰ ਕਰਕੇ ਉੱਥੋਂ ਨਾਨ ਲੈ ਕੇ ਆਓ। ਤੇ ਸਰਕਾਰ ਨੇ ਤੁਹਾਡੀ ਸਿਹਤ ਜਿਹੜੀ ਕਿ ਵਿਗੜ ਰਹੀ ਸੀ ਮੋਟਰਸਾਈਕਲ ਚਲਾ ਕੇ, ਉਹ ਸਰਕਾਰ ਨੇ ਸੋਚਿਆ ਕਿ ਇਸ ਤੋਂ ਪਹਿਲੇ ਕਿ ਤੁਹਾਡਾ ਸਿਰ ਚੱਲ ਜਾਏ, ਤੁਹਾਡਾ ਮੀਟਰ ਘੁੰਮ ਜਾਏ, ਤੁਹਾਨੂੰ ਰਿਲੀਫ ਦਿੱਤਾ ਜਾਏ, ਤੁਹਾਨੂੰ ਇਸ ਮੋਟਰਸਾਈਕਲ ਦੀ ਗੁਲਾਮੀ ਤੋਂ ਨਿਜਾਤ ਦਿੱਤਾ ਜਾਏ, ਤੁਹਾਡੀ ਸਿਹਤ ਬਣਾਈ ਜਾਏ, ਤੁਹਾਨੂੰ ਪੈਦਲ ਟੁਰਨ ਦੀ ਮਸ਼ਕ ਫੇਰ ਕਰਾਈ ਜਾਏ। ਸਾਈਕਲ ਤੇ ਅਫੋਰਡੇਬਲ ਨਹੀਂ ਹੈ, ਲਿਹਾਜ਼ਾ ਪੈਟਰੋਲ ਦੀ ਕੀਮਤ ਵਧਾ ਕੇ ਤੁਹਾਨੂੰ ਆਜ਼ਾਦ ਕਰ ਦਿੱਤਾ ਹੈ ਕਿ ਜਿੱਥੇ ਚਾਹੋ, ਜਿੱਧਰ ਚਾਹੋ ਮੂੰਹ ਚੁੱਕੋ ਤੇ ਨਕਦੀ ਸੀਧ ਚੁਟਰੇ ਜਾਓ। ਤੇ ਅੱਜ ਦੀ ਮੁਬਾਰਕਬਾਦ ਦੇਣਾ ਮੈਂ ਉਹਨਾਂ ਕੀ ਕਹਿਣਾ ਚਾਹੀਦਾ ਹੈ ਕਿ ਉਹ ਘਰ ਵਾਲੀ ਦਾ ਬੰਦਾ ਜਿਹੜਾ ਹੁੰਦਾ ਉਹਨਾਂ ਨੂੰ, ਇਸ ਲਈ ਕਿ ਸਭ ਤੋਂ ਬਾਹਿੰਮਤ ਉਹ ਸ਼ੌਹਰ ਨੇ
ਜਿਹੜੇ ਬਾਹਰ ਜਾਂਦੇ ਨੇ ਤੇ ਮਹਿੰਗਾਈ ਮੱਤ ਮਾਰ ਦਿੰਦੀ ਹੈ, ਘਰ ਆਉਂਦੇ ਨੇ ਤੇ ਬੇਗਮ ਮੱਤ ਮਾਰ ਦਿੰਦੀ ਹੈ, ਕੁਝ ਮੱਤ ਬਚ ਜਾਂਦੀ ਹੈ ਤੇ ਉਹ ਨਿਆਣੇ ਮਾਰ ਛੱਡਦੇ ਨੇ। ਤੇ ਬਜਟ 2022-23 ਦੇ ਵਿੱਚ ਇੰਨਾ ਰਿਲੀਫ ਮਿਲਿਆ, ਇੰਨੀਆਂ ਖੁਸ਼ੀਆਂ ਮਿਲੀਆਂ ਨੇ ਕਿ ਜਿਹਦੀ ਕੋਈ ਹੱਦ ਕੋਈ ਨਹੀਂ। ਤੁਸੀਂ ਪੈਨਸ਼ਨ ਨੂੰ ਨਾ ਵੇਖੋ ਕਿ ਇਸ ਪੈਨਸ਼ਨ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ, ਮਹੀਨਾ ਨਹੀਂ ਟੱਪਣਾ, 10 ਦਿਨ ਨਹੀਂ ਟੱਪਣੇ। ਤੁਸੀਂ ਤਨਖਾਹ ਵੱਲ ਨਾ ਵੇਖੋ ਕਿ ਇਸ ਤਨਖਾਹ ਦੇ ਵਿੱਚ 15 ਦਿਨ ਤੋਂ ਵੱਧ ਦਿਨ ਨਹੀਂ ਟੱਪਣੇ, ਪਰ ਤੁਸੀਂ ਅਜ਼ੀਮ ਲੋਕ ਹੋ। ਅਗਲੇ 15 ਦਿਨ ਦੇਖੋ ਕਿ ਅਗਲੇ 15 ਦਿਨ ਫਾਕਾ ਕਸ਼ੀ ਦੇ ਵਿੱਚ, ਭੁੱਖ ਦੇ ਵਿੱਚ ਤੁਸੀਂ ਕੈਸੇ ਅਜ਼ੀਮ ਖਿਆਲਾਤ ਸੋਚ ਸਕਦੇ ਹੋ ਕਿ ਬਜਟ ਬਣਾਉਣ ਵਾਲਿਆਂ ਦੀ ਸ਼ਾਨ ਵਿੱਚ ਤੁਸੀਂ ਉਹ ਕੁਛ ਰਾਗ ਗਾ ਸਕਦੇ ਹੋ ਕਿ ਉਹ ਰਾਗ ਸਾਰੇ ਦੇ ਸਾਰੇ, ਇੱਕ ਲਫ਼ਜ਼ ਵੀ ਐਸਾ ਉਸ ਰਾਗ ਦਾ ਨਹੀਂ ਜਿਹੜਾ ਕਿ ਸੰਸਰ ਤੋਂ ਬਚ ਸਕੇ। ਖੁਸ਼ ਨਸੀਬ ਹੋ ਤੁਸੀਂ ਕਿ ਹੁਣ ਤੁਹਾਨੂੰ ਆਟਾ ਲੈਣ ਦੀ, ਦਾਲ ਲੈਣ ਦੀ, ਘਿਓ ਲੈਣ ਦੀ ਲੋੜ ਹੀ ਕੋਈ ਨਹੀਂ। ਵੱਟਾ ਚੁੱਕੋ, ਗੁਲੇਲ ਬਣਾਓ, ਜਾਓ ਉੱਥੇ ਜਾ ਕੇ ਚਿੜੀਆਂ ਮਾਰੋ, ਭਾਵੇਂ ਗੁਜਰਾਲੇ ਤੋਂ ਫੜ ਕੇ ਲਿਆਓ, ਤੇ ਦੇਖੋ ਤੁਹਾਡੀ ਲਹਿਮੀਅਤ ਦੀ ਕਮੀ ਕਿਵੇਂ ਪੂਰੀ ਹੁੰਦੀ ਹੈ। ਇੱਕ ਤੇ ਆਉਣ ਜਾਣ ਦੀ ਐਕਸਰਸਾਈਜ਼, ਫਿਰ 2 ਨੰਬਰ ਦੀ ਬੱਸ ਤੇ ਪੈਦਲ ਜਾਓ ਤੇ ਪੈਦਲ ਆਓ। ਕਿਉਂਕਿ ਚਿਕਨ ਦੀ ਹੱਟੀ ਤੇ ਗਏ ਤੇ ਰੇਟ ਸੁਣ ਕੇ ਇਨਸ਼ਾਅੱਲਾ ਤਾਲਾ ਤੁਸੀਂ ਕੋਮੇ ਵਿੱਚ ਚਲਾ ਜਾਣਾ। ਲਿਹਾਜ਼ਾ ਇਹਨੂੰ ਛੱਡੋ, ਉਹਨੂੰ ਫੜੋ। ਤੁਸੀਂ ਖੁਸ਼ ਨਸੀਬ ਹੋ। ਮੁਬਾਰਕਬਾਦ ਮੈਂ ਦੇਣਾ ਚਾਹੁੰਦਾ ਵਾਂ ਤੁਹਾਨੂੰ ਕਿ ਹੁਣ ਤੁਹਾਨੂੰ ਸਬਜ਼ੀਆਂ ਖਾਣ ਦੀ ਲੋੜ ਨਹੀਂ, ਹਵਾ ਖਾਓ ਮੁਫਤ ਹੈ। ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਸ਼ਰਤ ਲਾ ਕੇ ਕਹਿਣਾ ਕੋਈ ਹਵਾ ਦੇ ਪੈਸੇ ਮੰਗੇ। ਫਿਲਹਾਲ ਕੋਈ ਪਤਾ ਨਹੀਂ ਕੱਲ੍ਹ ਨੂੰ ਹਵਾ ਦੇ ਪੈਸੇ ਵੀ ਮੰਗਣੇ ਸ਼ੁਰੂ ਹੋ ਜਾਣ, ਤੇ ਲਿਹਾਜ਼ਾ ਸਬਜ਼ੀਆਂ ਛੱਡੋ। ਕੀ ਖਾ ਕੇ ਲੈਣੀ, ਇੰਨੀਆਂ ਮਹਿੰਗੀਆਂ ਸਬਜ਼ੀਆਂ ਕਿ ਤੁਸੀਂ ਇੱਕ ਨਿੱਕਾ ਜਿਹਾ ਚੱਪਲ ਕੱਦੂ ਲੈਣ ਜਾਓ ਤਾਂ ਇੰਝ ਲੱਗਦਾ ਬੰਦਾ ਆਪ ਫੁੱਟਬਾਲ ਰੰਗਾ ਕੱਦੂ ਬਣ ਗਿਆ। ਤੁਸੀਂ ਵੈਜੀਟੇਰੀਅਨ ਹੋ ਜਾਓ, ਸਬਜ਼ੀਆਂ ਵੀ ਨਹੀਂ ਖਾ ਸਕਦੇ, ਮੀਟ ਮੁਫਤੀ ਦਾ ਉੱਥੋਂ ਚਿੜਿਆਂ ਦਾ ਲੱਭ ਜਾਏਗਾ, ਤੇ ਬਾਕੀ ਰਹਿ ਗਈਆਂ ਦਾਲਾਂ, ਤੇ ਦਾਲਾਂ ਵੀ ਬੜੀਆਂ ਨੁਕਸਾਨਦੇਹ ਨੇ। ਕਿ ਦਾਲ ਵੀ ਜਿਹੜੀ ਹੈ ਉਹ ਅੱਜ ਕੱਲ੍ਹ ਬਜਟ 2022-23 ਤੋਂ ਬਾਅਦ ਜੇ ਕਿਸੇ ਵੀ ਢਾਬੇ 'ਤੇ ਜਾ ਕੇ ਦਾਲ ਦਾ ਰੇਟ ਪੁੱਛੋ ਤੇ ਨਿੱਕੀ ਜਿਹੀ ਐਡੀ ਕੌਲੀ ਫੜਾ ਕੇ ਕਹਿਣਗੇ 200 ਰੁਪਈਏ ਦੀ। ਲਿਹਾਜ਼ਾ ਦਾਲ ਖਾਣ ਦਾ ਵੀ ਕੋਈ ਫਾਇਦਾ ਨਹੀਂ। ਦਾਲ ਖਾਣ ਨਾਲੋਂ ਚੰਗਾ ਹੈ ਕਿ ਬੰਦਾ ਸਮਾਜ ਦੀਆਂ ਗਾਲਾਂ ਖਾ ਲਵੇ। ਗਾਲਾਂ ਨਾਲ ਢਿੱਡ ਬਹੁਤਾ ਭਰਦਾ ਹੈ, ਤੇ ਫਿਰ ਖਾਸ ਤੌਰ 'ਤੇ ਪੰਜਾਬੀ ਵਿੱਚ ਜੇ ਸੌਗਾਤ ਮਿਲੇ ਤੇ ਇਸ ਤੋਂ ਵੱਧ ਖੁਸ਼ ਨਸੀਬੀ ਹੋਰ ਕੀ ਹੋ ਸਕਦੀ ਹੈ। ਤੇ ਮੈਂ ਆਫਰੀਨ ਹੈ ਪੰਜਾਬ ਵਾਸੀਆਂ ਦੀ ਕਿ ਉਹਨਾਂ ਨੂੰ ਮੁਬਾਰਕਬਾਦ ਦੇਣਾ ਵਾ ਜਿਹੜੇ ਕਿ ਲਹਿੰਦੇ ਪੰਜਾਬ ਵਿੱਚ 13 ਕਰੋੜ ਤੋਂ ਵੱਧ ਪੰਜਾਬੀ ਵਸਦੇ ਨੇ। ਉਹਨਾਂ ਦੇ ਸਬਰ ਦਾ ਹੌਸਲਾ, ਉਹਨਾਂ ਦੀ ਹਿੰਮਤ ਦਾ, ਉਹਨਾਂ ਦੀ ਜੁਰਤ ਦਾ ਮੈਂ ਅਸਲਾਮ ਅਲੈਕਮ ਪੇਸ਼ ਕਰਨਾ ਹੈ ਕਿ ਬਜਟ 2022-23 ਤੋਂ ਜੇ ਉਹ ਬਚ ਗਏ ਅਗਲੇ ਸਾਲ ਤਾਈਂ, ਅਗਲੇ ਬਜਟ ਤਾਈਂ ਤੇ ਇੱਕ ਮੁਆਵਜ਼ਾ ਹੋਵੇਗਾ, ਤੇ ਇਸ ਮੁਆਵਜ਼ੇ ਨੂੰ ਵੇਖਣ ਵਾਲਾ ਕੋਈ ਨਹੀਂ ਹੋਣਾ ਪੰਜਾਬ ਦੇ ਵਿੱਚ। ਇਸ ਲਈ ਕਿ ਸਾਰੇ ਦੇ ਸਾਰੇ ਇਸ ਬਜਟ ਪਾਰੋਂ ਫੁੜਕ ਚੁੱਕੇ ਹੋਣਗੇ, ਲੁੜਕ ਚੁੱਕੇ ਹੋਣਗੇ, ਖੜਕ ਚੁੱਕੇ ਹੋਣਗੇ। ਤੇ ਮੇਰੇ ਦੋਸਤੋ, ਮੇਰੇ ਪਿਆਰੇ ਪੰਜਾਬੀਓ, ਇਸ ਲਹਿੰਦੇ ਪੰਜਾਬ ਦੇ ਵਿੱਚ ਵਸਦੇ 13 ਕਰੋੜ ਤੋਂ ਵੱਧ ਪੰਜਾਬੀਓ, ਆਫਰੀਨ ਹੈ ਤੁਹਾਡੇ ਤੇ ਮੁਬਾਰਕਬਾਦ ਤੁਹਾਨੂੰ ਪੇਸ਼ ਕਰਨਾ ਹੈ ਕਿ ਜੇ ਤੁਸੀਂ ਬਜਟ 2022-23 ਤੋਂ ਬਚ ਵੀ ਗਏ ਤੇ ਯਕੀਨ ਰੱਖੋ ਤੁਹਾਨੂੰ ਬਿਜਲੀ ਦਾ, ਗੈਸ ਦਾ ਬਿੱਲ ਜਿਹੜਾ ਹੈ ਉਹ ਫੁੜਕਾ ਕੇ ਰੱਖ ਦੇਗਾ। ਤੇ ਜਦੋਂ ਤੁਸੀਂ ਫੁੜਕੋਗੇ ਸਾਡੇ ਸ਼ਹਿਰਾਂ ਦੀ ਮੌਜ ਹੋ ਜਾਣੀ ਹੈ। ਉਹਨਾਂ ਨੇ ਤੁਹਾਡੀ ਤਕਲੀਫ ਤੇ, ਤੁਹਾਡੇ ਫੁੜਕਣ ਤੇ, ਤੁਹਾਡੇ ਤੜਫਣ ਤੇ ਉਹ ਅਜ਼ੀਮ ਸ਼ਾਇਰੀ ਤਖਲੀਕ ਕਰਨੀ ਹੈ ਕਿ ਜਿਸ ਨੂੰ ਘੱਟੋ ਘੱਟ ਨੋਬੇਲ ਪ੍ਰਾਈਜ਼ ਤੋਂ ਘੱਟ ਪ੍ਰਾਈਜ਼ ਨਹੀਂ ਲੱਭਣਾ, ਔਰ ਉਹ ਸਾਰਾ ਪ੍ਰਾਈਜ਼ ਤੁਹਾਡੀਆਂ ਲਾਸ਼ਾਂ 'ਤੇ ਲੱਭਣਾ ਹੈ। ਤੁਸਾਂ ਤੇ ਲੱਠਾ ਪੁਰਾਣਾ ਲੈ ਕੇ ਨਵਾਂ ਤੇ ਨਸੀਬ ਨਹੀਂ ਹੋਣਾ, ਲੈ ਕੇ ਮਿੱਟੀ ਥੱਲੇ ਹੋਣਾ ਹੈ। ਤੇ ਬਜਟ ਬਣਾਉਣ ਵਾਲੇ, ਬਜਟ ਵਿਛਾਉਣ ਵਾਲੇ, ਬਜਟ ਖੜਕਾਉਣ ਵਾਲੇ ਤੇ ਬਜਟ ਨੂੰ ਬਜਟ ਬਣਾਉਣ ਵਾਲੇ ਉਹ ਕਲਮਾ ਖੈਰ ਕਹਿਣਗੇ ਜੇ ਉਹ ਬਚ ਗਏ ਤੁਹਾਡੇ ਹੱਥੋਂ। ਗੱਲ ਨਿੱਕੀ ਜਿਹੀ, ਯਾਰ ਫਰੂਖਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ। ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਖਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।